ਇਹ ਗੱਲ ਉਦੋਂ ਦੀ ਹੈ ਜਦੋਂ ਮੈਂ 13-14 ਸਾਲ ਦੀ ਸੀ। ਮੈਂ ਹਜੇ 8ਵੀਂ ਜਮਾਤ ਵਿੱਚ ਸੀ। ਮੇਰੇ ਘਰ ਤੋਂ ਮੇਰਾ ਸਕੂਲ ਸਿਰਫ 10 ਮਿੰਟ ਦੀ ਦੂਰੀ ਤੇ ਸੀ, ਜਿਸ ਨੂੰ ਮੈਂ ਅਕਸਰ ਪੈਦਲ ਤੁਰ ਕੇ ਪੂਰਾ ਕਰਦੀ ਸੀ। ਮੇਰੀ ਟਿਊਸ਼ਨ ਮੇਰੇ ਘਰ ਤੋਂ 2 ਗਲੀਆਂ ਛੱਡ ਕੇ ਸੀ। ਉਸ ਦੇ ਠੀਕ ਸਾਹਮਣੇ ਇੱਕ ਸੂਈਆਂ ਵਾਲਾ ਹਸਪਤਾਲ ਸੀ। ਮੈਂ ਜਦੋਂ ਵੀ ਟਿਊਸ਼ਨ ਜਾਂਦੀ ਤਾਂ ਉਸ ਹਸਪਤਾਲ ਨੂੰ ਦੇਖਦੀ। ਉਸ ਨੂੰ ਦੇਖ ਕੇ ਇੱਕ ਅਜੀਬ ਜਿਹੀ ਬੇਚੈਨੀ ਰਹਿੰਦੀ, ਜਿਵੇਂ ਕੋਈ ਉੱਥੇ ਮੇਰੀ ਵੇਟ ਕਰ ਰਿਹਾ ਹੋਵੇ। ਮੈਂ ਸਕੂਲ ਪੈਦਲ ਹੀ ਜਾਇਆ ਕਰਦੀ ਸੀ। ਹਸਪਤਾਲ ਦੇ ਬਾਹਰੋਂ ਨਿਕਲਦੇ ਹੋਏ ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖਦੀ, ਪਰ ਉੱਥੇ ਕੋਈ ਨਜ਼ਰ ਨਾ ਆਉਂਦਾ। ਮੈਂ ਆਪਣੇ ਪਾਪਾ ਨੂੰ ਪੁੱਛਿਆ ਕਿ ਇਹ ਹਸਪਤਾਲ ਕਿਸ ਚੀਜ਼ ਦਾ ਬਣਿਆ ਹੈ। ਉਹਨਾਂ ਦੱਸਿਆ, ਇਹ ਐਕੂਪ੍ਰੈਸ਼ਰ ਦਾ ਹਸਪਤਾਲ ਹੈ, ਜਿੱਥੇ ਸੂਈਆਂ ਲਗਾ ਕੇ ਇੱਕ ਥੈਰੇਪੀ ਦੇ ਚਲਦੇ ਇਲਾਜ ਕੀਤਾ ਜਾਂਦਾ ਹੈ ਅਤੇ ਕਈ ਹੋਰ ਦੇਸੀ ਦਵਾਈਆਂ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗਦਾ ਜਦੋਂ ਵੀ ਮੈਂ ਉਸ ਦੇ ਅੱਗੋਂ ਗੁਜ਼ਰਦੀ ਕਿ ਕੁਝ ਤਾਂ ਅਜੀਬ ਹੈ, ਜਿਵੇਂ ਕੋਈ ਉੱਥੇ ਨਹੀਂ ਆਉਂਦਾ ਜਾਂਦਾ। ਮੈਂ ਫਿਰ ਅੰਦਰ ਝਾਕਣ ਦੀ ਕੋਸ਼ਿਸ਼ ਕਰਦੀ ਸੀ ਕਿ ਇਹ ਹਸਪਤਾਲ ਅੰਦਰ ਕੋਈ ਮਰੀਜ਼ ਹੈ ਜਾਂ ਨਹੀਂ। ਇੱਕ ਦਿਨ ਮੈਂ ਫਿਰ ਪਾਪਾ ਨੂੰ ਪੁੱਛਿਆ ਕਿ ਇਹ ਹਸਪਤਾਲ ਦੇ ਅੰਦਰ ਮਰੀਜ਼ ਹਨ। ਮੈਂ ਕਦੀ ਨਹੀਂ ਵੇਖਿਆ ਕੋਈ ਇਸ ਦੇ ਅੰਦਰ ਆਂਦਾ ਜਾਂਦਾ। ਪਾਪਾ ਨੇ ਕਿਹਾ ਕਿ ਇਹ ਇੱਕ ਆਯੁਰਵੈਦਿਕ ਕੇਂਦਰ ਹੈ। ਇੱਥੇ ਉਹਨਾਂ ਲੋਕਾਂ ਦਾ ਇਲਾਜ ਹੁੰਦਾ ਹੈ ਜਿਨ੍ਹਾਂ ਦੇ ਗੋਡੇ ਅਤੇ ਮੋਢੇ ਵਿੱਚ ਦਰਦ ਹੁੰਦਾ ਹੈ। ਇਸੇ ਲਈ ਇੱਥੇ ਬਹੁਤ ਘੱਟ ਮਰੀਜ਼ ਹਨ ਅਤੇ ਵੈਸੇ ਵੀ ਇਹ ਇੱਕ ਸਰਕਾਰੀ ਕੇਂਦਰ ਹੈ, ਇਸ ਲਈ ਬਹੁਤ ਘੱਟ ਲੋਕ ਇੱਥੇ ਆਉਂਦੇ ਹਨ। ਪਤਾ ਨਹੀਂ ਕਿਉਂ ਮੈਨੂੰ ਉਸ ਨੂੰ ਦੇਖਣ ਦੀ ਇੱਛਾ ਸੀ। ਜਦੋਂ ਮੈਂ ਟਿਊਸ਼ਨ ਤੇ ਜਾਂਦੀ ਤਾਂ ਹਸਪਤਾਲ ਨੂੰ ਹੀ ਮੁੜ-ਮੁੜ ਕੇ ਦੇਖਦੀ। ਉੱਥੇ ਨੰਦਨੀ ਦੀਦੀ ਮੈਨੂੰ ਪੜ੍ਹਾਉਂਦੇ ਸੀ। ਮੈਨੂੰ ਪਤਾ ਚੱਲਿਆ ਕਿ ਅੱਜ ਨੰਦਨੀ ਦੀਦੀ ਦੇਰ ਨਾਲ ਆਵੇਗੀ। ਉਹ ਪਹਿਲਾਂ ਕਾਲਜ ਵਿੱਚ ਪੜ੍ਹਾਉਂਦੀ ਸੀ ਅਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਦਿੰਦੇ ਸੀ। ਮੈਂ ਆਪਣੇ ਆਪ ਨਾਲ ਗੱਲ ਕਰਨ ਲੱਗੀ ਕਿ ਅੱਜ ਹਸਪਤਾਲ ਦੇ ਅੰਦਰ ਜਾ ਕੇ ਵੇਖ ਸਕਦੀ ਹਾਂ ਕਿ ਇੱਥੇ ਕੌਣ ਰਹਿੰਦਾ ਹੈ। ਮੈਂ ਇੰਨੀ ਤੇਜ਼ ਤਰਾਕ ਨਹੀਂ ਸੀ ਅਤੇ ਨਾ ਹੀ ਮੈਂ ਕਿਸੇ ਨਾਲ ਖੁੱਲ੍ਹ ਕੇ ਗੱਲ ਕਰਦੀ ਸੀ, ਪਰ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਇਸ ਲਈ ਨੰਦਨੀ ਦੀਦੀ ਮੈਨੂੰ ਜੋ ਵੀ ਕੰਮ ਦਿੰਦੇ ਮੈਂ ਫਟਾਫਟ ਕਰ ਲੈਂਦੀ ਸੀ। ਮੈਂ ਛੇਤੀ ਘਰ ਜਾਣ ਦਾ ਸੋਚਿਆ, ਪਰ ਕੁਝ ਦੇਰ ਬਾਅਦ ਹੀ ਦੀਦੀ ਆ ਗਈ। ਮੌਕਾ ਹੱਥੋਂ ਨਿਕਲ ਗਿਆ ਅਤੇ ਮੈਂ ਸ਼ਾਮ ਨੂੰ 7 ਵਜੇ ਘਰ ਚਲੀ ਗਈ। ਜਾਂਦੇ ਹੋਏ ਮੈਂ ਹਸਪਤਾਲ ਦੇ ਅੰਦਰ ਨੂੰ ਹੋ ਦੇਖਣ ਲੱਗੀ, ਪਰ ਉੱਥੇ ਕੋਈ ਨਹੀਂ ਸੀ। ਹਰ ਵਾਰ ਦੀ ਤਰ੍ਹਾਂ ਅੱਜ ਵੀ ਉੱਥੇ ਇੱਕ ਅਜੀਬ ਚੁੱਪ ਸੀ। ਫਿਰ ਮੈਨੂੰ ਇੱਕ ਦਿਨ ਮੌਕਾ ਮਿਲਿਆ। ਮੈਂ ਸਵੇਰੇ ਸਕੂਲ ਜਾਣ ਲਈ ਤਿਆਰ ਹੋਈ। 8 ਵਜੇ ਸਕੂਲ ਲੱਗਣਾ ਸੀ। ਮੈਨੂੰ ਅੱਜ ਸਵੇਰੇ ਥੋੜਾ ਜਿਹਾ ਜ਼ੁਕਾਮ ਸੀ। ਮੈਂ ਜਦੋਂ ਸਕੂਲ ਜਾ ਰਹੀ ਸੀ ਤਾਂ ਮੈਂ ਹਸਪਤਾਲ ਦੇ ਬਾਹਰੋਂ ਲੰਘ ਰਹੀ ਸੀ। ਅੱਜ ਮੈਂ ਪਹਿਲੀ ਵਾਰ ਉੱਥੇ 3 ਆਦਮੀ ਨਜ਼ਰ ਆਏ ਜੋ ਇੱਕ ਪਾਸੇ ਖੜੇ ਹਨ। ਮੈਂ ਸਕੂਲ ਚਲੀ ਗਈ। ਮੈਂ ਅੱਧੇ ਦਿਨ ਦੀ ਛੁੱਟੀ ਲੈ ਘਰ ਆ ਗਈ। ਜਦੋਂ ਮੈਂ ਵਾਪਸ ਆ ਰਹੀ ਸੀ ਤਾਂ ਮੈਂ ਹਿੰਮਤ ਕਰ ਉਸ ਦੇ ਅੰਦਰ ਚਲੀ ਗਈ। ਹਸਪਤਾਲ ਦੇ ਅੰਦਰ ਇੱਕ ਪਾਸੇ ਛੋਟਾ ਜਿਹਾ ਬਗੀਚਾ ਸੀ ਤੇ ਦੂਜੇ ਪਾਸੇ ਮਿੱਟੀ ਦੀ ਸੜਕ ਸੀ। ਬਗੀਚੇ ਦੇ ਨਾਲ B.R. ਅੰਬੇਡਕਰ ਦੀ ਪੱਥਰ ਦੀ ਮੂਰਤ ਸੀ। ਮੈਂ ਚੁੱਪ-ਚਾਪ ਅੰਦਰ ਚਲੀ ਗਈ। ਅੰਦਰ 4 ਦੀਵਾਰੀ ਦੇ ਨਾਲ ਹੀ ਇੱਕ ਜਿਗ-ਜੋਗ ਕਰਦੀ ਚੜ੍ਹਾਈ ਉੱਪਰ ਜਾਂਦੀ ਸੀ। ਹਸਪਤਾਲ 2 ਮੰਜ਼ਲੀ ਸੀ। ਮੈਂ ਸਿੱਧਾ ਹੀ ਉੱਪਰ ਵੱਲ ਨੂੰ ਚਲੀ ਗਈ। ਉੱਥੇ ਕੋਈ ਵੀ ਨਹੀਂ ਸੀ। ਪਹਿਲੀ ਮੰਜ਼ਿਲ ਤੇ ਹੀ ਦਰਵਾਜ਼ੇ ਉੱਪਰ ਨੰਬਰ ਲਿਖਿਆ ਸੀ। 20 ਨੰਬਰ, ਇਸ ਦਾ ਮਤਲਬ ਥੱਲੇ 19 ਨੰਬਰ ਸੀ। ਮੈਂ 20 ਨੰਬਰ ਤੇ ਦੇਖਿਆ, ਉਹ ਕਮਰਾ ਖਾਲੀ ਸੀ। ਮੈਂ ਹੌਲੀ-ਹੌਲੀ ਕਰ ਅੱਗੇ ਵਧਣ ਲੱਗੀ। ਉੱਥੇ ਸਾਰੇ ਕਮਰੇ ਖਾਲੀ ਸੀ। ਫਿਰ ਮੈਂ ਉੱਪਰ ਚਲੀ ਗਈ ਜਿੱਥੇ 39 ਨੰਬਰ ਕਮਰਾ ਸੀ। ਉੱਥੇ ਵੀ ਸਿਰਫ 2 ਹੀ ਕਮਰਿਆਂ ਵਿੱਚ ਮਰੀਜ਼ ਸੀ, 42 ਤੇ 45 ਨੰਬਰ ਕਮਰੇ ਵਿੱਚ। 45 ਨੰਬਰ ਕਮਰੇ ਵਿੱਚ ਇੱਕ 25-26 ਸਾਲ ਦਾ ਨੌਜਵਾਨ ਲੜਕਾ ਸੀ। ਜਦੋਂ ਮੈਂ ਉਸ ਨੂੰ ਵੇਖਣਾ ਸ਼ੁਰੂ ਕੀਤਾ ਤਾਂ ਉਹ ਸ਼ਾਇਦ ਸੌ ਰਿਹਾ ਸੀ। ਮੈਂ ਚੁੱਪਚਾਪ ਉਸ ਦੇ ਕਮਰੇ ਦੇ ਅੰਦਰ ਗਈ ਅਤੇ ਉਸ ਦੇ ਬਿਸਤਰੇ ਕੋਲ ਲਟਕਦੀ ਤਖਤੀ ਤੇ ਲਿਖਿਆ ਸੀ, ਸੁਖਵੀਰ ਸਿੰਘ, ਜੈਂਡਰ ਮੇਲ, ਉਮਰ 25 ਸਾਲ, ਅਤੇ ਨਾਲ ਹੀ ਉਸ ਉੱਪਰ ਇੱਕ ਕੰਟੈਕਟ ਨੰਬਰ ਵੀ ਲਿਖਿਆ ਸੀ। ਉਹ ਇੱਕ ਸਰਦਾਰ ਲੜਕਾ ਸੀ ਜਿਸ ਨੇ ਪਟਕਾ ਪਾਇਆ ਹੋਇਆ ਸੀ ਤੇ ਉਹ ਆਪਣੇ ਬਿਸਤਰੇ ਵਿੱਚ ਲੇਟਿਆ ਹੋਇਆ ਸੀ। ਉਹ ਦੇਖਣ ਵਿੱਚ ਬਹੁਤ ਸੁੰਦਰ ਸੀ। ਮੈਂ ਉਸ ਨੂੰ ਸੌਂਦਾ ਵੇਖ ਰਹੀ ਸੀ। ਮੇਰੇ ਮਨ ਵਿੱਚ ਅਜੀਬ ਹਰਕਤਾਂ ਹੋਣ ਲੱਗੀਆਂ। ਮੈਂ ਉਸ ਦੇ ਨਾਲ ਕੁਝ ਦੇਰ ਹੋ ਰਹਿਣਾ ਚਾਹੁੰਦੀ ਸੀ, ਪਰ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਮੈਨੂੰ ਦੇਖਣ ਲੱਗਾ। ਮੈਂ ਡਰ ਗਈ। ਤੁਸੀਂ ਇੱਥੇ ਕੀ ਕਰ ਰਹੇ ਹੋ? ਕੌਣ ਹੋ ਤੁਸੀਂ? ਮੈਂ ਕੋਈ ਉੱਤਰ ਦਿੱਤੇ ਬਿਨਾਂ ਹੀ ਉੱਥੋਂ ਇੰਨੀ ਤੇਜ਼ ਨਾਲ ਭੱਜੀ
ਕਿ ਸਿੱਧੀ ਆਪਣੇ ਘਰ ਆ ਕੇ ਰੁਕੀ। ਕੀ ਹੋਇਆ ਪੁੱਤ? ਮੰਮੀ ਨੇ ਪੁੱਛਿਆ। ਮੈਂ ਕਿਹਾ, ਰਸਤੇ ਵਿੱਚ ਮੇਰੇ ਪਿੱਛੇ ਇੱਕ ਕੁੱਤਾ ਪੈ ਗਿਆ ਸੀ। ਮੰਮੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਮੈਂ ਬਾਰ-ਬਾਰ ਉਸ ਮੁੰਡੇ ਬਾਰੇ ਹੀ ਸੋਚੀ ਜਾ ਰਹੀ ਸੀ। ਤਬੀਅਤ ਪਹਿਲਾਂ ਹੀ ਠੀਕ ਨਹੀਂ ਸੀ, ਇਸ ਲਈ ਮੈਂ ਬਿਨਾਂ ਕੁਝ ਖਾਧੇ ਪੀਤੇ ਹੀ ਲੇਟ ਗਈ ਤੇ ਕੁਝ ਦੇਰ ਲਈ ਮੇਰੀ ਅੱਖ ਲੱਗ ਗਈ। ਮੈਨੂੰ ਸੁੱਤੀ ਪਈ ਨੂੰ ਇੰਜ ਲੱਗਾ ਜਿਵੇਂ ਉਹ ਮੈਨੂੰ ਬੁਲਾ ਰਿਹਾ ਹੋਵੇ। ਇੱਕਦਮ ਮੇਰੀ ਜਾਗ ਖੁੱਲ੍ਹ ਗਈ। ਮੈਂ ਦੇਖਿਆ ਟਿਊਸ਼ਨ ਜਾਣ ਦਾ ਟਾਈਮ ਹੋ ਗਿਆ। ਮੰਮੀ ਬੋਲੇ, ਨੂਰੀ ਪੁੱਤ ਅੱਜ ਰਹਿਣ ਦੇ ਜਾਣ ਨੂੰ, ਜੇ ਤਬੀਅਤ ਠੀਕ ਨਹੀਂ ਲੱਗਦੀ। ਮੈਂ ਕਿਹਾ ਕੱਲ ਟੈਸਟ ਹੈ, ਬਸ ਉਹਦੀ ਤਿਆਰੀ ਕਰ, ਮੁੜ ਆਵਾਂਗੀ। ਚੱਲ ਠੀਕ ਹੈ, ਦੂਜੀ ਚਾਬੀ ਲੈ ਜਾਵੀਂ, ਮੈਂ ਕੰਮ ਜਾਣਾ ਹੈ। ਮੇਰੇ ਮੰਮੀ ਪਾਪਾ ਦੋਵੇਂ ਵਰਕਿੰਗ ਸੀ, ਮੰਮੀ ਵਕੀਲ ਤੇ ਪਾਪਾ ਬੈਂਕ ਵਿੱਚ। ਮੈਂ ਮੰਮੀ ਕੋਲੋਂ ਚਾਬੀ ਫੜ ਲਈ ਤੇ ਬੈਗ ਕਰਨ ਲੱਗੀ। ਮੈਂ ਆ ਕੇ ਤੈਨੂੰ ਡਾਕਟਰ ਕੋਲ ਲੈ ਜਾਵਾਂਗੀ। ਮੈਂ ਚਾਹ ਕੇ ਵੀ ਉਹਨਾਂ ਨੂੰ ਦੱਸ ਨਹੀਂ ਸਕੀ ਕਿ ਅੱਜ ਮੈਂ ਕਿੱਥੇ ਗਈ ਸੀ। ਉਹਨਾਂ ਦਾ ਸਵਾਲ ਹੋਣਾ ਸੀ, ਕਿਉਂ ਗਈ ਸੀ ਉੱਥੇ? ਉਸ ਦਾ ਜਵਾਬ ਮੇਰੇ ਕੋਲ ਨਹੀਂ ਸੀ। ਮੈਂ ਟਿਊਸ਼ਨ ਜਾਂਦੇ ਹੋਏ ਹਸਪਤਾਲ ਵੱਲ ਦੇਖ ਰਹੀ ਸੀ। ਮੈਂ ਹਜੇ ਜਾ ਕੇ ਬੈਠੀ ਸੀ ਕਿ ਆਂਟੀ ਬੋਲੇ, ਤੇਰੀ ਮੰਮੀ ਕੋਲ ਅੰਮ੍ਰਿਤਸਰੀ ਵੜੀਆਂ ਨੇ, ਉਹ ਲੈ ਆ। ਉਹ ਕਹਿ ਰਹੇ ਹਨ ਕਿ ਉਹਨਾਂ ਕੋਲ ਹੈ, ਜਾ ਮੇਰਾ ਪੁੱਤ ਜਾ ਕੇ ਲੈ ਆ, ਮੈਂ ਸਬਜ਼ੀ ਬਣਾਣੀ ਹੈ। ਮੈਂ ਆਂਟੀ ਨੂੰ ਦੱਸਿਆ ਹੀ ਨਹੀਂ ਕਿ ਮੰਮੀ ਘਰ ਹੈ ਨਹੀਂ। ਮੈਂ ਬਸ ਚੁੱਪ ਕਰਕੇ ਉਹਨਾਂ ਘਰੋਂ ਨਿਕਲ ਇੱਕ ਵਾਰ ਫਿਰ ਹਸਪਤਾਲ ਅੰਦਰ ਚਲੀ ਗਈ। ਮੈਂ ਬਿਨਾਂ ਰੁਕੇ ਸਿੱਧਾ ਉੱਪਰ ਚਲੀ ਗਈ। ਹੁਣ ਮੈਨੂੰ ਪਤਾ ਸੀ ਕਿ 45 ਨੰਬਰ ਕਮਰੇ ਵਿੱਚ ਸੁਖਵੀਰ ਸੀ। ਉਹਨੂੰ ਦੇਖਣ ਦੀ ਲਾਲਸਾ ਜਿਹੀ ਹੋ ਰਹੀ ਸੀ। ਮੈਂ ਉਸ ਨੂੰ ਚੋਰ ਅੱਖਾਂ ਨਾਲ ਦੇਖ ਰਹੀ ਸੀ। ਉਹ ਬੈੱਡ ਤੇ ਢੋਲ ਲਗਾ ਕੇ ਬੈਠਾ ਸੀ ਤੇ ਕੁਝ ਪੜ੍ਹ ਰਿਹਾ ਸੀ। ਸ਼ਾਇਦ ਉਸਨੇ ਵੀ ਮੈਨੂੰ ਦੇਖ ਲਿਆ ਸੀ। ਇੱਕ ਵਾਰ ਫਿਰ ਉਸਨੇ ਪੁੱਛਿਆ, ਕੌਣ ਹੋ ਤੁਸੀਂ? ਮੇਰੀ ਗੱਲ ਤਾਂ ਸੁਣੋ, ਇੱਥੇ ਕੀ ਕਰ ਰਹੇ ਹੋ? ਮੈਂ ਫਿਰ ਬਹੁਤ ਹੀ ਤੇਜ਼ੀ ਨਾਲ ਟਿਊਸ਼ਨ ਵੱਲ ਭੱਜ ਗਈ। ਮੈਨੂੰ ਇੰਨੀ ਸਾਹੋਂ ਸਾਹ ਹੋਈ ਨੂੰ ਦੇਖ ਆਂਟੀ ਬੋਲੇ, ਕੀ ਹੋਇਆ ਨੂਰੀ? ਦੇਖ ਕਿਵੇਂ ਸਾਹੋਂ ਸਾਹ ਹੋਈ ਪਈ ਹੈ। ਮੈਂ ਜੋ ਝੂਠ ਮੰਮੀ ਨੂੰ ਬੋਲਿਆ ਸੀ ਉਹੀ ਆਂਟੀ ਨੂੰ ਬੋਲ ਦਿੱਤਾ ਕਿ ਮੇਰੇ ਪਿੱਛੇ ਕੁੱਤਾ ਪੈ ਗਿਆ ਸੀ। ਸਾਰੇ ਬੱਚੇ ਉੱਚੀ ਉੱਚੀ ਹੱਸਣ ਲੱਗੇ। ਇੰਨੇ ਦੇਰ ਵਿੱਚ ਨੰਦਨੀ ਦੀਦੀ ਦਾ ਫੋਨ ਆਂਟੀ ਨੂੰ ਆਇਆ ਕਿ ਸਾਰੇ ਬੱਚਿਆਂ ਨੂੰ ਜਲਦੀ ਛੱਡ ਦਿਓ, ਉਹ ਅੱਜ ਥੋੜੀ ਦੇਰ ਨਾਲ ਆਣਗੇ। ਉਹਨਾਂ ਸਾਨੂੰ ਸ਼ਾਮ ਦੇ 6 ਵਜੇ ਘਰ ਭੇਜ ਦਿੱਤਾ ਗਿਆ। ਮੈਂ ਦੁਬਾਰਾ ਹਸਪਤਾਲ ਜਾਣਾ ਚਾਹੁੰਦੀ ਸੀ, ਪਰ ਹੁਣ ਮੇਰਾ ਡਰ ਹੋਰ ਵੀ ਵੱਧ ਗਿਆ ਸੀ ਕਿ ਲੜਕੇ ਨੇ ਮੈਨੂੰ ਵੇਖ ਲਿਆ ਸੀ। ਆਖਰਕਾਰ ਉਹ ਹਸਪਤਾਲ ਦੇ ਅੰਦਰ ਕਿਉਂ ਗਿਆ ਜੋ ਮੈਨੂੰ ਬਾਰ-ਬਾਰ ਖਿੱਚ ਰਿਹਾ ਸੀ। ਮੈਂ ਆਪਣੇ ਦੋਸਤਾਂ ਨਾਲ ਟਿਊਸ਼ਨ ਤੋਂ ਬਾਹਰ ਤੁਰ ਪਈ ਤੇ ਘਰ ਚਲੀ ਗਈ। ਮੈਂ ਸਕੂਲ ਦਾ ਕੰਮ ਕਰ ਰਹੀ ਸੀ ਕਿ ਬਾਰ-ਬਾਰ ਮੇਰਾ ਧਿਆਨ ਸੁਖਵੀਰ ਵੱਲ ਜਾ ਰਿਹਾ ਸੀ। ਉਹ ਲੜਕਾ ਉੱਥੇ ਕਿਉਂ ਹੈ? ਮੇਰੇ ਸਵਾਲ ਵਧੀ ਜਾ ਰਹੇ ਸੀ। ਦਿਲ ਵਿੱਚ ਇੱਕ ਜੰਗ ਚੱਲ ਰਹੀ ਸੀ। ਦਿਲ ਤੇ ਦਿਮਾਗ ਦੋਵੇਂ ਇੱਕ ਦੂਜੇ ਦੀ ਨਹੀਂ ਸੁਣ ਰਹੇ ਸੀ। ਮੈਂ ਸੋਚ ਕੇ ਪਾਗਲ ਹੋ ਰਹੀ ਸੀ ਕਿ ਇਹ ਸਭ ਕੀ ਚੱਲ ਰਿਹਾ ਹੈ। ਕੀ ਤੁਹਾਨੂੰ ਸਮਝ ਆ ਰਿਹਾ ਹੈ ਕਿ ਮੇਰੇ ਨਾਲ ਕੀ ਹੋ ਰਿਹਾ ਹੈ? ਬਾਰ-ਬਾਰ ਮੈਂ ਇਹੀ ਸੋਚ ਰਹੀ ਸੀ ਕਿ ਉਹ ਇਸ ਹਸਪਤਾਲ ਵਿੱਚ ਕੀ ਕਰ ਰਿਹਾ ਹੈ। ਮੈਂ ਆਪਣੇ ਪਾਪਾ ਦੇ ਘਰ ਆਉਣ ਦੀ ਉਡੀਕ ਕਰ ਰਹੀ ਸੀ। ਪਾਪਾ ਸ਼ਾਮ ਨੂੰ 7:30 ਵਜੇ ਆਏ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਹਸਪਤਾਲ ਬਾਰੇ ਥੋੜਾ ਜਿਹਾ ਹੋਰ ਦੱਸੋ। ਇਹ ਹਸਪਤਾਲ ਕਦੋਂ ਦਾ ਹੈ ਅਤੇ ਕਿਸ ਨੇ ਬਣਾਇਆ? ਤੈਨੂੰ ਕੀ ਹੋ ਗਿਆ? ਤੂੰ ਕਿਉਂ ਹਸਪਤਾਲ ਦੇ ਮਗਰ ਪੈ ਗਈ ਹੈ? ਬੋਲ। ਪਾਪਾ ਹੱਸਣ ਲੱਗੇ ਤੇ ਉਹਨਾਂ ਹੱਥ ਤੋਂ ਚਾਹ ਦਾ ਕੱਪ ਫੜਿਆ ਤੇ ਫਿਰ ਬੋਲੇ, ਮੈਂ ਤੇਰੇ ਤੋਂ ਵੀ ਛੋਟਾ ਸੀ ਜਦੋਂ ਮੈਂ ਇੱਥੇ ਆਇਆ ਸੀ। ਉਸ ਵੇਲੇ ਤੋਂ ਇਹ ਹਸਪਤਾਲ ਇੱਥੇ ਹੈ। ਇਹ ਇੱਕ ਆਯੁਰਵੈਦਿਕ ਕੇਂਦਰ ਹੈ ਜੋ ਸਰਕਾਰ ਵੱਲੋਂ ਬਣਾਇਆ ਗਿਆ ਹੈ। ਇੱਥੇ ਉਹ ਲੋਕ ਆਉਂਦੇ ਹਨ ਜੋ ਤੁਰ ਨਹੀਂ ਸਕਦੇ ਜਾਂ ਜਿਨ੍ਹਾਂ ਨੂੰ ਬਚਪਨ ਤੋਂ ਹੀ ਕੋਈ ਅੰਦਰੂਨੀ ਬਿਮਾਰੀ ਹੈ। ਇੱਥੇ ਬਹੁਤ ਲੋਕਾਂ ਦਾ ਇਲਾਜ ਹੋਇਆ ਹੈ। ਘੱਟ ਪੈਸੇ ਵਿੱਚ ਵਧੀਆ ਇਲਾਜ ਹੁੰਦਾ ਹੈ। ਉਦੋਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਉੱਥੇ ਕੀ ਕਰ ਰਿਹਾ ਹੈ, ਪਰ ਜਦੋਂ ਪਾਪਾ ਨੇ ਦੱਸਿਆ ਤਾਂ ਹੁਣ ਸਮਝ ਆ ਗਿਆ ਕਿ ਉਹ ਅਪਾਹਜ ਹੈ, ਤਾਂ ਹੀ ਉਹ ਹਸਪਤਾਲ ਵਿੱਚ ਆਇਆ ਹੋਇਆ ਸੀ। ਅੱਜ ਫਿਰ ਮੈਂ ਟਿਊਸ਼ਨ ਤੇ ਜਾਣ ਤੋਂ ਪਹਿਲਾਂ ਹਸਪਤਾਲ ਵੱਲ ਤੁਰ ਪਈ। ਮੈਨੂੰ ਅੱਜ ਫਿਰ ਕਿਸੇ ਨੇ ਮੈਨੂੰ ਅੰਦਰ ਜਾਂਦੇ ਨਹੀਂ ਵੇਖਿਆ। ਮੈਂ ਉਸ ਚੜ੍ਹਾਈ ਵੱਲ ਤੇਜ਼ੀ ਨਾਲ ਚੜ੍ਹ ਗਈ ਅਤੇ ਦੂਸਰੀ ਮੰਜ਼ਿਲ ਤੇ ਪਹੁੰਚ ਗਈ। ਅੱਜ ਉਹ ਲੜਕਾ ਸੁੱਤਾ ਹੋਇਆ ਨਹੀਂ ਸੀ। ਉਹ ਇੱਕ ਕਿਤਾਬ ਪੜ੍ਹ ਰਿਹਾ ਸੀ। ਮੈਂ ਉਸ ਨੂੰ ਚੁੱਪਚਾਪ ਵੇਖ ਰਹੀ ਸੀ। ਉਸਨੇ ਮੈਨੂੰ ਵੇਖਿਆ ਅਤੇ ਉਸਨੇ ਕਿਹਾ, ਇੱਕ ਮਿੰਟ ਸੁਣੋ, ਤੁਸੀਂ ਕੌਣ ਹੋ? ਇੱਥੇ ਕੀ ਕਰਨ ਆਉਂਦੇ ਹੋ? ਕੀ ਤੁਸੀਂ ਮੈਨੂੰ ਜਾਣਦੇ ਹੋ?
ਜਾਂ ਤੁਸੀਂ ਵੀ ਇੱਥੇ ਕਿਸੇ ਮਰੀਜ਼ ਨਾਲ ਆਏ ਹੋ। ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਇੱਕ ਵਾਰ ਫਿਰ ਬਹੁਤ ਡਰ ਗਈ ਅਤੇ ਉੱਥੋਂ ਭੱਜ ਗਈ ਅਤੇ ਸਿੱਧਾ ਟਿਊਸ਼ਨ ਆ ਗਈ। ਮੈਂ ਖੁਦ ਨਾਲ ਹੀ ਲੜ ਰਹੀ ਸੀ। ਮੈਂ ਕਿਉਂ ਬਾਰ-ਬਾਰ ਉੱਥੇ ਚਲੀ ਜਾਂਦੀ ਹਾਂ? ਜੇ ਉਸ ਨਾਲ ਗੱਲ ਹੀ ਨਹੀਂ ਕਰਨੀ, ਫਿਰ ਕਿਉਂ ਮੈਂ ਇੰਜ ਕਰਦੀ ਹਾਂ? ਮੈਂ ਕੋਈ ਪਾਗਲ ਹਾਂ? ਹੁਣ ਨਹੀਂ ਜਾਣਾ ਮੈਂ। ਸੋ ਗਾਇਜ਼, ਇਹਦਾ ਅਗਲਾ ਭਾਗ ਵੇਖਦੇ ਹਾਂ ਅਗਲੀ ਕਹਾਣੀ 'ਚ। ਧੰਨਵਾਦ।